अगर तुसीं चाहते हो कि पातशाह जनाब ਜਿਹਨੂੰ ਜਾਣਨ ਦਾ ਬੜੀ ਦੇਰ ਤੋਂ ਦਿਲ 'ਚ ਆਰਜ਼ੂ ਸੀ। ते वो ने जिन्ना ते और रूह उतरिया बेटा मेरी जिंदगी तो चला गया वो मेरे से दूर हो गया। पुशीदा मतलब छुपिया होया, ਉਹ ਦੁਸ਼ਮਣ ਜਿਹੜਾ ਸਾਹਮਣੇ ਆ ਕੇ ਵਾਰ ਨਹੀਂ ਕਰਦਾ, ਜਿਹੜਾ ਲੁੱਕ ਕੇ ਵਾਰ ਕਰਦਾ ਏ, ਜਿਹੜਾ ਤਾੜਦਾ ਰਹਿੰਦਾ ਤੁਹਾਨੂੰ, ਜਿਹੜਾ ਕੋਸ਼ਿਸ਼ ਕਰਦਾ ਕਿ ਕਦੋਂ ਇਹ ਮੇਰੀ ਦਾੜ ਥੱਲੇ ਆਵੇ, ਉਹ ਦੁਸ਼ਮਣ ਜਿਹੜਾ ਪੁਸ਼ੀਦਾ ਏ ਤੇ ਉਹ ਮਸਾ ਦਾ ਦੁਸ਼ਮਣ ਏ। ਮਸਾ ਦੁਸ਼ਮਣ। ਹਾਲੇਲੂਇਆ। अब देखिया कि मसा दा होना किसी भी बंदे दी जिंदगी दे विच बहुत जरूरी है। मसा तो बगैर वधिया नहीं जा सकता। अच्छा, एक ओ बंदा जेड़ा मसा शुदा है, एक ओ जेड़ा नहीं है। मसलन के एक ओ बंदा जेड़ा खड़ा होया खिदमत वास्ते किसी खास काम वास्ते, एक वो बंदा जेड़ा किसी खास काम वास्ते बुला लिया गया है, एक वो है जेड़ा हाले नहीं आया। दो तरह के बंदे, एक आ गया मसा शुदा है जेड़ा आ गया है, एक वो है जेड़ा हाले खाली शुदा है, वो शुदा ही है, वो मसा नहीं है, वो खाली शुदा ही लगा फिरदा है। उन्हें आना है, वो आया नहीं है हाले। दो तरह के लोग दुनिया दे विच पए, जेड़े मसा शुदा ने, एक वो जेड़े खाली शुदा ने, ते कुछ वो जेड़े शादीशुदा ने। हालेलुया। और जोरदार तालियां बजाओ यीशु मसीह वास्ते। एक वो जेड़े शादीशुदा ने ते को जेड़े खाली शुदा ने, जिन्हां दी नहीं होई वो शुदे। मतलब के मसा शुदा ते एक वो जेड़ा मसा शुदा नहीं है, जिन्हें हाले जानिया नहीं है, जिन्हें खुदा नूं समझिया नहीं है, जिन्हें खुदा दी कुदरत नूं जानिया नहीं है, जिहदी जिंदगी दे विच दुनियादारी दी ज्यादा अहमियत है मसीह दी अहमियत दे नालों। पर सानू एक गल दा पता होना चाहिए है कि हर वो बंदा जेड़ा मसाशुदा में या जेड़ा नहीं है, दुश्मन दी निगाह उन्हां ते वे, दुश्मन दी निगाह उन्हां ते वे, ਉਹ ਭਾਵੇਂ ਮਸਾਸ਼ੁਦਾ ਵੇ ਤੇ ਭਾਵੇਂ ਨਹੀਂ ਹੈ। ਹੁਣ ਜਿਹੜਾ ਬੰਦਾ ਮਸਾਸ਼ੁਦਾ ਹੈ ਉਹ ਕੀ ਹੈ? ਉਹ ਅਬਲੀਸ ਵਾਤੇ ਟੈਨਸ਼ਨ ਹੈ, ਉਹ ਅਬਲੀਸ ਵਾਤੇ ਮਸਲਾ ਹੈ, ਉਹ ਅਬਲੀਸ ਵਾਤੇ ਚੈਲੰਜ ਹੈ। ਤੇ ਉਹ ਜਿਹੜਾ ਨਹੀਂ ਹੈ ਉਹ ਵੀ ਅਬਲੀਸ ਦੀ ਨਜ਼ਰ ਚ ਵੇ, ਤੇ ਅਬਲੀਸ ਕਦੀ ਵੀ ਨਹੀਂ ਚਾਹੇਗਾ ਕਿ ਮਸਾਸ਼ੁਦਾ ਹੋਵੇ, ਇਹ ਇੱਥੇ ਹੀ ਰਵੇ, ਇਹ ਜਿੱਥੇ ਹੈ ਵੇ ਇੱਥੇ ਹੀ ਰਵੇ ਤੇ ਇੰਨੇ ਕੁਝ ਰਹਿ ਕੇ ਜ਼ਿੰਦਗੀ ਗੁਜ਼ਾਰ ਜਾਏ। ਕਿਉਂ? ਜਿਹੜਾ ਮਸਾਸ਼ੁਦਾ ਹੈ ਉਹ ਨੁਕਸਾਨਦਾ ਹੈ ਅਬਲੀਸ ਵਾਤੇ, ਉਹ ਕਦੀ ਵੀ ਨਹੀਂ ਹੋਣ ਦੇਗਾ। ਹੁਣ ਜਿਹੜਾ ਨਹੀਂ ਹੈ ਉਹਨੂੰ ਉਹ ਹੋਣ ਨਹੀਂ ਦੇਗਾ, ਤੇ ਜਿਹੜਾ ਹੈਗਾ ਹੈ ਉਹਦੀ ਜ਼ਿੰਦਗੀ 'ਚ ਹਮੇਸ਼ਾ ਉਹ ਆ ਕੇ ਤੇ ਪ੍ਰੋਬਲਮ ਖੜੀਆਂ ਕਰਦਾ ਰਹੇਗਾ, ਉਹ ਮਸਲਿਆਂ ਨੂੰ ਉਹਦੀ ਜ਼ਿੰਦਗੀ 'ਚ ਲੈ ਕੇ ਆਂਦਾ ਰਹੇਗਾ, ਉਹ ਚੈਲੰਜਸ ਨੂੰ, ਉਹ ਪ੍ਰੋਬਲਮ ਨੂੰ ਉਹਦੀ ਜ਼ਿੰਦਗੀ 'ਚ ਹਮੇਸ਼ਾ ਲਿਆਂਦਾ ਰਹੇਗਾ ਕਿ ਇਹ ਡਿੱਗੇ, ਇਹ ਵਾਪਸ ਆਏ, ਇਹ ਵਾਪਸ ਆਏ, ਅੱਜ ਆਏ, ਕੱਲ ਆਏ, ਕਿਸੇ ਨਾ ਕਿਸੇ ਟਾਈਮ ਤੇ ਆਏ, ਪਰ ਆਏ। ਪ੍ਰੋਬਲਮ ਇਹ ਕਿ ਲੋਕਾਂ ਨੇ ਇਸ ਗੱਲ ਨੂੰ ਸਮਝ ਲਿਆ ਅਬਲੀਸ ਕਰ ਹੀ ਕੁਛ ਨਹੀਂ ਸਕਦਾ, ਉਹਨੇ ਕੀ ਕਰਨਾ ਸਾਡਾ, ਉਹ ਸਾਡਾ ਕੱਖ ਨਹੀਂ ਵਿਗਾੜ ਸਕਦਾ, ਯਿਸੂ ਸਾਡੇ ਨਾਲ ਹੈ, ਯਿਸੂ ਨੇ ਸਾਰਾ ਕੁਝ ਕਰ ਦਿੱਤਾ। ਜਦੋਂ ਕਿ ਯਿਸੂ ਮਸੀਹ ਨੂੰ ਵੀ ਅਬਲੀਸ ਦੇ ਨਾਲ ਲੜਨ ਵਾਸਤੇ ਖਾਸ ਕਿਸਮ ਦੀ ਤਿਆਰੀ ਕਰਨੀ ਪਈ ਸੀ, ਇਮਤਿਹਾਨਾਤ ਦੇ ਵਿੱਚੋਂ ਗੁਜ਼ਰਨਾ ਪਿਆ ਯਿਸੂ ਮਸੀਹ ਨੂੰ ਵੀ ਅਬਲੀਸ ਦਾ ਮੁਕਾਬਲਾ ਕਰਨ ਵਾਸਤੇ, ਉਹਨੂੰ ਗਾਲਬ ਆਣਾ ਪਿਆ। ਰਸੂਲ ਆਏ, ਉਹਨਾਂ ਨੂੰ ਅਲੱਗ ਤਰ੍ਹਾਂ ਦੀ ਤਾਕਤ ਲਾਣੀ ਪਈ, ਜ਼ੋਰ ਲਾਣਾ ਪਿਆ, ਤੇ ਫਿਰ ਜਾ ਕੇ ਉਹ ਗਾਲਬ ਆਏ ਅਬਲੀਸ ਦੇ ਉੱਤੇ। ਅੱਜ ਸਾਡਾ ਇੱਥੋਂ ਕੋਈ ਵੀ ਉੱਠਦਾ ਹੈ ਨਾ, ਉਹ ਸਮਝਦਾ ਗੱਲ ਹੀ ਕੋਈ ਨਹੀਂ ਹੈ, ਅਬਲੀਸ ਨੇ ਕਰ ਕੀ ਸਕਣਾ ਸਾਡਾ। ਇਹ ਮਸਲਾ ਹੈ। ਕਿਉਂ? ਕਿਉਂਕਿ ਸਾਡਾ ਦੁਸ਼ਮਣ ਨਾ ਜਿਹੜਾ, ਉਹ ਸਿਆਣਾ ਹੈ,
ਉਹ ਹਿਕਮਤ ਵਾਲਾ ਹੈ। ਉਹਦੀ ਹਿਕਮਤ ਦਾ ਲੈਵਲ ਇਹ ਵੇ, ਉਹਦੀ ਚਲਾਕੀ ਦਾ ਲੈਵਲ ਇਹ ਵੇ ਕਿ ਬਾਈਬਲ ਦੱਸਦੀ ਏ ਕਿ ਸੱਪ ਵਾਂਗੂ ਹੁਸ਼ਿਆਰ ਬਣੋ। ਤੇ ਫਿਰ ਗੱਲ ਇਹ ਕਿ ਅਗਰ ਸਾਡਾ ਦੁਸ਼ਮਣ ਚਲਾ ਕੇ, ਤੇ ਸਾਨੂੰ ਚਲਾਕੀ ਉਹਦੇ ਕੋਲ ਸਿੱਖ ਲੈਣੀ ਚਾਹੀਦੀ ਹੈ। ਤੇ ਅਗਰ ਅਬਲੀਸ ਚਲਾ ਕੇ, ਸਾਨੂੰ ਉਹਦੇ ਮੁਕਾਬਲੇ 'ਚ ਖੜਾ ਹੋਣ ਵਾਸਤੇ ਚਲਾਕ ਬਣਨਾ ਪੈਣਾ ਏ, ਸਾਨੂੰ ਹੁਸ਼ਿਆਰ ਹੋਣਾ ਪੈਣਾ ਏ। ਉਹ ਜਗ੍ਹਾ ਜਗ੍ਹਾ ਤੇ ਰੋੜੇ ਖੜੇ ਕਰ ਦੇਗਾ ਸਾਡੀ ਜ਼ਿੰਦਗੀਆਂ ਦੇ ਵਿੱਚ ਕਿ ਅਸੀਂ ਮਸੀਹ ਅੱਲੇ ਨਾ ਜਾ ਸਕੀਏ, ਅਸੀਂ ਮਸਾਂ ਨੂੰ ਨਾ ਪਾ ਸਕੀਏ, ਸਾਡੀ ਜ਼ਿੰਦਗੀ ਦੇ ਵਿੱਚ ਅਗਲਾ ਲੈਵਲ ਨਾ ਆਏ। ਜਿੱਥੇ ਅਸੀਂ ਹੈ ਵਾ ਨਾ, ਇੱਥੇ ਰਹੀਏ, ਇੱਥੇ ਰਹੀਏ ਜਾਂ ਤੂੰ ਥੱਲੇ ਆਈਏ। ਉਹ ਹਮੇਸ਼ਾ ਕੋਸ਼ਿਸ਼ ਕਰਦਾ ਰਹੇਗਾ ਕਿ ਇਹਨੂੰ ਵਾਪਸ ਲਿਆਇਆ ਜਾਏ, ਇਹ ਥੱਲੇ ਆਏ, ਇਹ ਡਿੱਗੇ ਇਥੋਂ। ਮਸੀਹੀ ਹੁੰਦੇ ਹੋਏ ਹਰ ਇੱਕ ਬੰਦਾ ਜ਼ੋਰ ਲਾਂਦਾ ਕਿ ਮੈਂ ਉੱਚਾ ਜਾਵਾਂ, ਮੈਂ ਇਹ ਜਿਹੜਾ ਲੈਵਲ ਮੇਰਾ ਹੈ ਵੇ ਉਸ ਤੋਂ ਉੱਚਾ ਜਾਵਾਂ ਮੈਂ। ਪਰ ਅਬਲੀਸ ਹਮੇਸ਼ਾ ਕੋਸ਼ਿਸ਼ ਕਰੇਗਾ ਤੁਹਾਨੂੰ ਡੇਗਣ ਦੀ। ਹਰ ਉਸ ਬੰਦੇ ਨੂੰ ਜਿਹੜਾ ਮਸਾਸ਼ੁਦਾ ਹੈ ਉਹਨੂੰ ਡੇਗਣ ਦੀ ਕੋਸ਼ਿਸ਼ ਕਰੇਗਾ। ਬਾਈਬਲ ਦੇ ਵਿੱਚ ਸਾਨੂੰ ਬੜੀਆਂ ਮਿਸਾਲਾਂ ਮਿਲਦੀਆਂ ਜਿਹੜੇ ਮਸਾਸ਼ੁਦਾ ਸਨ ਤੇ ਬੁਲਾ ਲਏ ਗਏ ਸਨ, ਜਿਹੜੇ ਖੁਦਾ ਦੇ ਸਨ ਤੇ ਜਿਨ੍ਹਾਂ ਨੂੰ ਚੁਣ ਲਿਆ ਗਿਆ ਸੀ, ਜਿਨ੍ਹਾਂ ਨੂੰ ਚੁਣਿਆ ਗਿਆ, ਉਹਨਾਂ ਦੀ ਜ਼ਿੰਦਗੀ ਦੇ ਵਿੱਚ ਆ ਕੇ ਹਮੇਸ਼ਾ ਡੇਗਦਾ ਰਿਹਾ ਉਹਨਾਂ ਨੂੰ। ਸਾਨੂੰ ਨਜ਼ਰ ਆਉਂਦਾ ਦਾਊਦ ਡਿੱਗਾ, ਸਾਨੂੰ ਨਜ਼ਰ ਆਉਂਦਾ ਹੈ ਪਤਰਸ ਵੀ ਇੱਕ ਟਾਈਮ 'ਚ ਡਿੱਗਾ, ਸਾਨੂੰ ਨਜ਼ਰ ਆਉਂਦਾ ਹੈ ਇੱਕ ਸੂਰਮਾ ਵੀ ਡਿੱਗਾ, ਸ਼ਮਸ਼ੂਨ ਡਿੱਗਾ। ਹਾਲੇਲੂਇਆ। ਹੁਣ ਕਰੇਗਾ ਕੀ? ਉਹ ਹਮੇਸ਼ਾ ਡਾਇਰੈਕਟ ਆ ਕੇ ਨਹੀਂ ਕਿ ਉਹ ਆ ਕੇ ਤੁਹਾਡੇ ਨਾਲ, ਉਹ ਆਪਾਂ ਫਿਲਮਾਂ ਵੇਖੀਆਂ ਇੱਕ ਟਾਈਮ ਦੇ ਵਿੱਚ ਤੇ ਉੱਥੇ ਹੁੰਦਾ ਸੀ ਕਿ ਅਸੀਂ ਵੇਖਦੇ ਸੀ ਕਿ ਜਿੰਨ ਸਾਹਮਣੇ ਆ ਗਿਆ ਤੇ ਉਹ ਆ ਕੇ ਤੇ ਸ਼ਕਤੀਆਂ ਦੇ ਨਾਲ ਵਾਰ ਕਰ ਰਿਹਾ। ਉਂਝ ਨਹੀਂ ਹੋਣਾ ਕਿ ਉਹ ਤੁਹਾਡੇ ਨਾਲ ਉਂਝ ਆ ਕੇ ਤੇ ਉਹ ਤੁਸੀਂ ਵੀ ਸ਼ਕਤੀਆਂ ਵਾਲੇ ਹੋ। ਤੁਸੀਂ ਇਹ ਰੂਹਾਨੀ ਲੜਾਈ ਏ, ਇਹ ਉਹ ਜੰਗ ਏ ਜਿੱਤੇ ਚ ਉਹਨੇ ਤੁਹਾਨੂੰ ਨਜ਼ਰ ਨਹੀਂ ਆਣਾ, ਪਰ ਤੁਹਾਨੂੰ ਆਪਣੀ ਮੌਜੂਦਗੀ ਦਾ ਅਹਿਸਾਸ ਉਹ ਕਰਾਂਦਾ ਰਹੇਗਾ ਕਿ ਮੈਂ ਹੈ ਵਾਂ। ਉਹ ਦੱਸਦਾ ਰਹੇਗਾ ਕਿ ਮੈਂ ਤੇਰੇ ਘਰ ਚ ਵਾਂ, ਮੈਂ ਤੇਰੀ ਜ਼ਿੰਦਗੀ ਚ ਵਾਂ, ਮੈਂ ਕਿਤੇ ਨਾ ਕਿਤੇ ਹੈ ਵਾਂ ਤੇ ਮੈਂ ਤੈਨੂੰ ਅੱਗੇ ਨਹੀਂ ਜਾਣ ਦੇਣਾ। ਹਾਂ, ਅੱਗੋਂ ਬੰਦਾ ਸਮਝੇ ਜਾਂ ਨਾ ਸਮਝੇ, ਉਹ ਸਿਆਣਾ ਬਣ ਕੇ ਬਹਿ ਰਿਹਾ ਕਿ ਮੇਰਾ ਕੀ ਕਰਨਾ ਇਹਨੇ, ਅਬਲੀਸ ਤੇ ਮੇਰਾ ਕਰ ਹੀ ਕੁਛ ਨਹੀਂ ਸਕਦਾ। ਉਹ ਸੋਚ ਕੇ ਬੈਠਾ ਰਵੇ, ਇਹੀ ਸੋਚ ਕੇ ਤੇ ਆਪਣੀ ਜ਼ਿੰਦਗੀ ਗੁਜ਼ਾਰ ਦੇਗਾ, ਪਰ ਕਰ ਅਬਲੀਸ ਦਾ ਕੱਖ ਨਹੀਂ ਇਹ ਵਿਗਾੜ ਸਕੇਗਾ ਅਗਰ ਇਹਨੇ ਆਪਣੀ ਪੋਜੀਸ਼ਨ ਨੂੰ ਨਾ ਸਮਝਿਆ ਤੇ। ਰੂਹਾਨੀ ਲੜਾਈ ਰੂਹ ਦੇ ਨਾਲ ਲੜੀ ਜਾਏਗੀ ਤੇ ਸਾਨੂੰ ਵੇਖਣਾ ਪਏਗਾ ਕਿ ਸਾਡਾ ਦੁਸ਼ਮਣ ਕਿਹੜੀ ਕਿਹੜੀ ਜਗ੍ਹਾ ਤੋਂ ਸਾਡੀ ਜ਼ਿੰਦਗੀ 'ਚ ਵਾਰ ਕਰ ਸਕਦਾ ਹੈ, ਉਹ ਕਿਹੜੀ ਕਿਹੜੀ ਜਗ੍ਹਾ ਤੋਂ ਅਟੈਕ ਕਰੇਗਾ ਸਾਡੀ ਜ਼ਿੰਦਗੀ 'ਚ। ਹਾਲੇਲੂਇਆ। ਹਮੇਸ਼ਾ ਅਬਲੀਸ ਕੀ ਕਰੇਗਾ? ਅਬਲੀਸ ਤੁਹਾਨੂੰ ਟੇਕਣ ਦੀ ਕੋਸ਼ਿਸ਼ ਕਰੇਗਾ। ਉਹ ਹਮੇਸ਼ਾ ਆਏਗਾ ਤੇ ਉਹ ਤੁਹਾਨੂੰ ਹਲਾਏਗਾ ਤੇ ਦੁਬਾਰਾ ਤੁਹਾਨੂੰ ਉੱਥੇ ਲੈ ਜਾਏਗਾ ਜਿੱਥੋਂ ਤੁਸੀਂ ਆਏ ਹੋ। ਤੁਹਾਡੀ ਸਪੀਡ ਨੂੰ ਸਲੋ ਕਰੇਗਾ ਤੇ ਐਂਡ ਇਹੀ ਕੋਸ਼ਿਸ਼ ਉਹਦੀ ਹੋਏਗੀ ਕਿ ਤੁਹਾਨੂੰ ਟੇਕ ਦੇਵੇ। ਹਾਂ, ਅੱਗੋਂ ਤੁਸੀਂ ਇਸ ਗੱਲ ਨੂੰ ਲੈ ਕੇ ਤੇ ਮੁਹਤਾਤ ਹੋ ਕੇ ਮੇਰਾ ਦੁਸ਼ਮਣ ਕੀ ਕਰ ਸਕਦਾ ਹੈ ਤੇ ਮੈਨੂੰ ਹਰ ਟਾਈਮ ਜਿਹੜਾ ਨਾ ਅਲਰਟ ਰਹਿਣਾ ਪਏਗਾ, ਬੇਦਾਰ ਰਹਿਣਾ ਪਏਗਾ ਕਿ ਨਹੀਂ, ਮੈਂ ਤੇ ਵਾਰ ਨੂੰ ਆਪਣੇ ਤੇ ਚੱਲਣ ਨਹੀਂ ਦੇਣਾ। ਹਾਲੇਲੂਇਆ। ਅਬ ਹੁਣ ਇਸੇ ਚੀਜ਼ ਨੂੰ ਹੀ ਕਿ ਮਸਾ ਦਾ ਪੁਸ਼ੀਦਾ ਦੁਸ਼ਮਣ ਹੈ ਜਿਹੜਾ, ਉਹ ਕੌਣ ਹੈ? ਉਹਨਾਂ ਚੀਜ਼ਾਂ ਦੇ ਵਿੱਚੋਂ ਇੱਕ ਸਭ ਤੋਂ ਵੱਡੀ ਚੀਜ਼ ਜਿਹੜੀ ਆਂਦੀ ਹੈ ਨਾ ਸਰ, ਜਿਹੜੀ ਸਭ ਤੋਂ ਵੱਡੀ ਚੀਜ਼ ਕਿਸੇ ਵੀ ਬੰਦੇ ਦੀ, ਕਿਸੇ ਵੀ ਔਰਤ ਦੀ, ਭੈਣ ਦੀ, ਭਰਾ ਦੀ ਜ਼ਿੰਦਗੀ ਦੇ ਵਿੱਚ ਆਏਗੀ ਨਾ ਸਰ, ਉਹ ਜਿਹੜੀ ਚੀਜ਼ ਆਏਗੀ ਉਹ ਹਰਾਮਕਾਰੀ ਹੈ, ਉਹ ਜ਼ਨਾਕਾਰੀ ਹੈ, ਜਿਹੜੀ ਕਿਸੇ ਵੀ ਬੰਦੇ ਦੀ ਜ਼ਿੰਦਗੀ 'ਚ ਆ ਕੇ ਉਹਨੂੰ ਡੇਗੇਗੀ, ਉਹਨੂੰ ਤਬਾਹ ਕਰੇਗੀ। ਉਹ ਐਵੇਂ 13 ਬਾਬ ਗਜ਼ਾਕ 13 ਬਾਬ, ਇਹਦੇ ਵਿੱਚ ਇੱਕ ਬੜੀ ਖਾਸ ਗੱਲ ਹੈ, ਤੁਸੀਂ ਇਹਨੂੰ ਬੜੇ ਧਿਆਨ ਦੇ ਨਾਲ ਸਮਝਣਾ। ਮੈਂ ਸਾਰਾ ਨਹੀਂ ਪੜਾਂਗਾ। ਇੱਥੇ ਇੱਕ ਬੰਦੇ ਦੀ ਸਟੋਰੀ ਹੈ ਜਿਹਨੂੰ ਅਸੀਂ ਸੁਣਿਆ ਵੀ ਹੈ, ਇਹ ਹੋ ਸਕਦਾ ਅਸੀਂ ਨਾ ਵੀ ਸੁਣਿਆ ਹੋਏ। ਮੈਨੂੰ ਦੁਹਰਾਵਾਂਗਾ। ਹਾਂ, ਤੁਸੀਂ ਘਰ ਜਾ ਕੇ ਧਿਆਨ ਦੇ ਨਾਲ ਇਹਨੂੰ ਪੜ੍ਹ ਲੈਣਾ, ਸਮਝ ਲੈਣਾ। ਹੋਇਆ ਕੀ ਕਿ ਬਾਈਬਲ ਦੇ ਵਿੱਚ ਚੰਦ ਇੱਕ ਬੰਦੇ ਨੇ ਜਿਨ੍ਹਾਂ ਦੀ ਪਦਾਇਸ਼ ਤੇ ਫਰਿਸ਼ਤਿਆਂ ਨੇ ਉਹਦੇ ਮਾਪਿਓ ਨੂੰ ਵਿਜ਼ਿਟ ਕੀਤਾ ਸੀ। ਕਿ ਉਹਦੀ ਪਦਾਇਸ਼ ਤੋਂ ਪਹਿਲੇ ਫਰਿਸ਼ਤੇ ਆਏ ਤੇ ਉਹਨਾਂ ਨੇ ਆ ਕੇ ਪੈਗਾਮ ਦਿੱਤਾ ਕਿ ਕੋਈ ਖੁਦਾ ਵੱਲੋਂ ਕੋਈ ਨਬੀ, ਕੋਈ ਸੂਰਮਾ ਪੈਦਾ ਹੋਣ ਵਾਲਾ, ਕੋਈ ਬੰਦਾ ਦੁਨੀਆ ਦੇ ਵਿੱਚ ਆਉਣ ਵਾਲਾ ਹੈ। ਖੁਦਾ ਦਾ ਮਨਸੂਬਾ ਉਹ ਲੈ ਕੇ ਆ ਰਿਹਾ ਹੈ, ਉਹ ਬੰਦਾ ਦੁਨੀਆ 'ਚ ਆਏਗਾ। ਉਹਨਾਂ ਦੇ ਵਿੱਚੋਂ ਇੱਕ ਸ਼ਮਸ਼ੂਨ ਸੀ। ਇੱਕ ਸ਼ਮਸ਼ੂਨ, ਉਸ ਤੋਂ ਬਾਅਦ ਯੋਹਨਾ ਬਪਤਿਸਮਾ ਦੇਣ ਵਾਲਾ, ਉਸ ਤੋਂ ਬਾਅਦ ਯਿਸੂ ਮਸੀਹ ਨਾਸਰੀ।
ਇਹ ਤਿੰਨ ਬੰਦੇ ਨੇ ਜਿਨ੍ਹਾਂ ਦੀ ਪਦਾਇਸ਼ ਤੇ ਫਰਿਸ਼ਤਾ ਮਾਪਿਓ ਵੱਲੇ ਆਇਆ ਇਹਨਾਂ ਦੇ, ਤੇ ਉਹਨੇ ਆ ਕੇ ਪੈਗਾਮ ਦਿੱਤਾ ਕਿ ਕੋਈ ਖੁਦਾ ਦਾ ਮਨਸੂਬਾ ਦੁਨੀਆ 'ਚ ਆਉਣ ਵਾਲਾ ਹੈ। ਉਹਨਾਂ ਦੇ ਵਿੱਚੋਂ ਇੱਕ ਬੰਦਾ ਐ ਸੀ ਸਮਸੂਨ ਪੈਦਾ ਹੋਇਆ, ਸਮਸੂਨ ਆ ਗਿਆ ਦੁਨੀਆ ਦੇ ਵਿੱਚ। ਹੁਣ ਇਹ ਬੰਦਾ ਦੁਨੀਆ ਦੇ ਵਿੱਚ ਆਇਆ, ਐਡਾ ਵੱਡਾ ਬੰਦਾ ਜਿਹੜਾ ਦੁਨੀਆ ਦੇ ਵਿੱਚ ਆਇਆ, ਇਹਦੀ ਸਟੋਰੀ ਅਗਰ ਅਸੀਂ ਪੜ੍ਹੀਏ ਤੇ 13 ਬਾਬ ਤੋਂ ਸ਼ੁਰੂ ਹੁੰਦੀ ਹੈ ਤੇ 16ਵੇਂ ਬਾਬ ਤੇ ਜਾ ਕੇ ਖਤਮ ਹੋ ਜਾਂਦਾ ਬੰਦਾ। 4 ਬਾਬ ਦੇ ਵਿੱਚ ਬੰਦਾ ਉੱਠ ਗਿਆ। ਬੰਦਾ ਉਹ ਜਿਹੜਾ ਖੁਦਾ ਦੀ ਕੁਦਰਤ ਨੂੰ ਲੈ ਕੇ ਆਇਆ ਤੇ ਜਿਹਦੇ ਆਉਣ ਦਾ ਪੈਗਾਮ ਫਰਿਸ਼ਤਾ ਪਹਿਲੇ ਦੇ ਰਿਹਾ ਕਿ ਕੋਈ ਆਉਣ ਵਾਲਾ ਹੈ ਦੁਨੀਆ ਦੇ ਵਿੱਚ। ਉਹਦੀ ਪਰਵਰਿਸ਼ ਕਿਸ ਤਰ੍ਹਾਂ ਕਰਨਾ, ਉਹਨੂੰ ਲੈ ਕੇ ਕਿਸ ਤਰ੍ਹਾਂ ਚੱਲਣਾ, ਕੀ ਕੰਮ ਤੁਹਾਨੂੰ ਕਰਨਾ ਪੈਣਾ, ਇਹ ਸਾਰੀਆਂ ਚੀਜ਼ਾਂ ਦੱਸੀਆਂ ਗਈਆਂ। ਹੁਣ ਉਹ ਦੁਨੀਆ ਦੇ ਵਿੱਚ ਆਇਆ ਤੇ ਦੁਨੀਆ 'ਚ ਆਇਆ ਤੇ ਜ਼ਿੰਦਗੀ ਗੁਜ਼ਾਰ ਕੇ ਗਿਆ ਤੇ ਆਪਣੀ ਜ਼ਿੰਦਗੀ ਦੇ ਵਿੱਚ ਜਿਹੜੇ ਕੰਮ ਸਰੰਜਾਮ ਉਹਨੇ ਦਿੱਤੇ ਉਹ ਕੀ ਸੀ? ਉਹਦੇ ਵੱਡੇ ਕੰਮਾਂ ਦੇ ਵਿੱਚੋਂ ਉਹਨੇ ਸ਼ੇਰ ਨੂੰ ਇੰਜ ਫਾੜਿਆ, ਇੰਜ ਮਾਰਿਆ ਕਿ ਜਿਵੇਂ ਬੱਕਰੀ ਦਾ ਬੱਚਾ। ਉਹਦੇ ਅੰਦਰ ਖੁਦਾ ਦਾ ਰੂਹ ਜਦੋਂ ਆਂਦਾ ਸੀ ਤੇ ਉਹਦੀ ਤਾਕਤ, ਉਹਦੀ ਕੂਵਤ ਇੱਕ ਅਲੱਗ ਹੀ ਲੈਵਲ ਦੀ ਸੀ। ਉਸੇ ਬੰਦੇ ਨੇ ਗਧੇ ਦੇ ਜਬੜੇ ਦੀ ਹੱਡੀ ਦੇ ਨਾਲ 1000 ਬੰਦਾ ਮਾਰ ਦਿੱਤਾ। ਉਹ ਬੰਦਾ ਜਿਹੜਾ ਇਸ ਲੈਵਲ ਦੀ ਪਾਵਰ ਲੈ ਕੇ, ਤਾਕਤ ਲੈ ਕੇ, ਕੁਦਰਤ ਲੈ ਕੇ ਦੁਨੀਆ ਦੇ ਵਿੱਚ ਆਇਆ, ਉਹ ਦੁਨੀਆ 'ਚ ਆ ਕੇ ਤੇ ਆਪਣਾ ਕੰਮ ਕਰਕੇ ਗਿਆ। ਹੁਣ ਉਹ ਬੰਦਾ ਜਿਹਦੇ ਆਉਣ ਦਾ ਪੈਗਾਮ ਫਰਿਸ਼ਤਾ ਪਹਿਲੇ ਦੇ ਰਿਹਾ ਕਿ ਕੋਈ ਆਉਣ ਵਾਲਾ ਹੈ, ਉਹ ਆਇਆ ਦੁਨੀਆ ਗੁਜ਼ਾਰਨ, ਦੁਨੀਆ ਦੇ ਵਿੱਚ ਆਪਣੀ ਜ਼ਿੰਦਗੀ ਗੁਜ਼ਾਰਨ, ਆਪਣਾ ਕੰਮ ਕਰਨ। ਤੇ ਆਪਣਾ ਕੰਮ ਜਿਹੜਾ ਉਹਨੇ ਕੀਤਾ ਉਹ 4 ਬਾਬ ਵਿੱਚ ਖਤਮ ਹੋ ਗਿਆ। ਜ਼ਿੰਦਗੀ ਇੰਨੀ ਕੁ ਸੀ ਕਿ ਆਇਆ, ਪੈਦਾ ਹੋਇਆ, 4 ਬਾਬ ਦੇ ਵਿੱਚ ਖਤਮ। ਵਜ੍ਹਾ ਕੀ ਸੀ? ਉਹਦੀ ਜ਼ਿੰਦਗੀ ਦੇ ਵਿੱਚ ਇੱਕ ਮਸਲਾ ਸੀ, ਉਹਦੀ ਜ਼ਿੰਦਗੀ 'ਚ ਇੱਕ ਪ੍ਰੋਬਲਮ ਸੀ। ਉਹ ਪ੍ਰੋਬਲਮ ਕੀ ਸੀ? ਉਹਦੀ ਪ੍ਰੋਬਲਮ ਇਹ ਕਿ ਸਭ ਤੋਂ ਪਹਿਲੇ ਤੇ ਉਹ ਪੈਦਾ ਹੋਇਆ ਤੇ ਆਇਆ ਤੇ ਜਵਾਨ ਹੋਇਆ, ਜ਼ਿੰਦਗੀ ਗੁਜ਼ਾਰਨਾ ਸ਼ੁਰੂ ਕੀਤੀ। ਜਵਾਨੀ ਆਈ ਤੇ ਜਨਾਬ ਉਹ ਜ਼ਿੰਦਗੀ ਗੁਜ਼ਾਰਨਾ ਸ਼ੁਰੂ ਕੀਤੀ ਤੇ ਫਿਰ ਗਿਆ ਤੇ ਫਿਰ ਇੱਕ ਔਰਤ ਪਸੰਦ ਆ ਗਈ ਉਹਨੂੰ, ਜਿਹੜੀ ਇਹਨਾਂ ਦੇ ਵਿੱਚੋਂ ਨਹੀਂ ਸੀ, ਇਹਨਾਂ ਦੇ ਕਬੀਲੇ ਚੋਂ ਨਹੀਂ ਸੀ, ਇਹਨਾਂ ਦੇ ਲੋਕਾਂ ਚੋਂ ਨਹੀਂ ਸੀ, ਇਸਰਾਈਲ ਦੇ ਵਿੱਚੋਂ ਨਹੀਂ ਸੀ, ਬਲਕਿ ਇਹ ਫਲਸਤੀਨ ਦੇ ਵਿੱਚੋਂ ਸੀ। ਇਹ ਗਿਆ, ਇਹਨੂੰ ਔਰਤ ਪਸੰਦ ਆਈ, ਇਹਨੇ ਆ ਕੇ ਆਪਣੇ ਘਰਵਾਲੇ ਨੂੰ ਦੱਸਿਆ ਕਿ ਮੈਂ ਤੇਰੇ ਨਾਲ ਸ਼ਾਦੀ ਕਰਨੀ ਹੈ। ਘਰਵਾਲੇ ਨੇ ਜ਼ਿੱਦ ਜੁਦ ਕੀਤੀ, ਇਹਨੇ ਕਿਹਾ ਕਿ ਨਹੀਂ ਮੈਂ ਕਰਨੀ ਹੀ ਉੱਥੇ ਆ। ਖੈਰ ਕਰਦੇ ਕਰਦੇ ਇਹਦੀ ਸ਼ਾਦੀ ਉੱਥੇ ਹੋ ਗਈ। ਇਹਦੀ ਸ਼ਾਦੀ ਹੋਈ ਉੱਥੇ ਜਾ ਕੇ ਮਾਮਲਾਤ ਖਰਾਬ ਹੋਏ। ਉਹ ਮਾਮਲਾਤ ਖਰਾਬ ਹੋਣ ਦੇ ਨਾਲ ਸ਼ਾਦੀ ਟੁੱਟ ਗਈ ਇਹਦੀ। ਉਹ ਸ਼ਾਦੀ ਟੁੱਟੀ, ਜਿਹਦੇ ਨਾਲ ਦੀ ਸ਼ਾਦੀ ਹੋਈ ਸੀ ਉਹ ਔਰਤ ਵੀ ਮਾਰੀ ਗਈ, ਦੁਸ਼ਮਣੀ ਪੈ ਗਈ, ਇਹੋ ਜਿਹਾ ਨਿਜ਼ਾਮ ਬਣ ਗਿਆ। ਉਸ ਤੋਂ ਬਾਅਦ ਅਗਰ ਇਹਨਾਂ 4 ਬਾਬ, ਜਿੰਨੀ ਮੈਂ ਗੱਲ ਦੱਸ ਰਿਹਾ ਸਿਰਫ 4 ਬਾਬ ਦੇ ਵਿੱਚ ਹੈਗੀ ਹੈ, ਤੁਸੀਂ ਪੜ੍ਹਨਾ ਇਹਨੂੰ ਕਿ 4 ਬਾਬ ਦੇ ਵਿੱਚ, ਜਿੰਨੀ ਮੈਂ ਗੱਲ ਬਿਆਨ ਕਰਾਂਗਾ ਸਾਰੀ 4 ਬਾਬ ਦੇ ਵਿੱਚ ਹੀ ਹੈ। ਸਭ ਤੋਂ ਪਹਿਲੇ ਇਹਨੂੰ ਇੱਕ ਔਰਤ ਪਸੰਦ ਆਈ, ਇਹਦੀ ਸ਼ਾਦੀ ਉਹਦੇ ਨਾਲ ਹੋ ਗਈ, ਸ਼ਾਦੀ ਟੁੱਟੀ। ਉਸ ਤੋਂ ਬਾਅਦ ਅਸੀਂ ਅੱਗੇ ਜਾ ਕੇ ਪੜ੍ਹਨੇ ਆ ਤੇ ਇਹ ਬੰਦਾ 14 ਬਾਬ ਦੀ ਪਹਿਲੀ ਆਇਤ। और समसून तुमनत को गया और तुमनत में से उसने फ़लस्तियों की बेटी में से एक औरत देखी और उसने आकर अपने माँ बाप से कहा, मैंने फ़लस्तियों की बेटियों में से तुमनत में से एक औरत देखी है। ਹੁਣ ਇਹ ਬੰਦਾ ਗਿਆ, ਇਹਨੇ ਇੱਕ ਔਰਤ ਪਸੰਦ ਆ ਗਈ, ਇਹਨੇ ਆ ਕੇ ਦੱਸਿਆ। 14 ਬਾਬ ਦੀ ਪਹਿਲੀ ਆਇਤ ਦੇ ਵਿੱਚ ਕਹਾਣੀ ਸ਼ੁਰੂ ਹੋ ਗਈ। ਕਾਦੀ 13 ਦੇ ਵਿੱਚ ਪਦਾਇਸ਼ ਹੋਈ, 14 ਦੇ ਵਿੱਚ ਜਾ ਕੇ ਇਹਨੂੰ ਇੱਕ ਔਰਤ ਪਸੰਦ ਆ ਗਈ ਕਿ ਮੈਂ ਜੀ ਇਹਦੇ ਨਾਲ ਸ਼ਾਦੀ ਕਰਨੀ ਹੈ। ਸ਼ਾਦੀ ਵਾਲੇ ਪਾਸੇ ਨਿਕਲ ਗਿਆ। ਹੁਣ ਇਸੇ 14 ਬਾਬ ਦੇ ਵਿੱਚ ਇਹਦੀ ਸਟੋਰੀ ਖਤਮ ਹੋ ਗਈ, ਸ਼ਾਦੀ ਵਾਲੀ ਕਹਾਣੀ ਖਤਮ ਹੋਈ। ਅੱਗੇ ਜਾ ਕੇ ਜੇ ਅਸੀਂ ਪੜ੍ਹਦੇ ਆ ਤੇ ਸਾਨੂੰ ਮਿਲੇਗਾ 16 ਬਾਬ ਦੇ ਵਿੱਚ, 16 ਬਾਬ ਦੀ ਪਹਿਲੀ ਆਇਤ ਦੇ ਵਿੱਚ ਇਹ ਲਿਖਿਆ ਹੈ, ਪਹਿਲੀ ਆਇਤ ਤੋਂ। फिर समसून गज़ा को गया, वहाँ उसने एक कस्बी देखी और उसके पास गया। ਹੁਣ ਪ੍ਰੋਬਲਮ ਇਹ ਕਿ ਬੀਵੀ ਲੱਗੀ ਗਈ, ਪਰ ਇਹਦੀ ਜ਼ਿੰਦਗੀ ਦੇ ਵਿੱਚ ਉਹ ਜਿਹੜਾ ਕੰਮ ਹੈ ਔਰਤਾਂ ਵਾਲਾ, ਉਹ ਇਹਦੀ ਜ਼ਿੰਦਗੀ ਦੇ ਵਿੱਚ ਹੀ ਹੈਗਾ। ਮਸਾ ਚੁਦਾਏ ਹੈਗਾ ਉਹ ਇਹ ਜਿਹੜਾ ਖੁਦਾ ਨੇ ਖੜਾ ਕੀਤਾ ਹੈ। ਤੇ ਉਸ ਤਰੀਕੇ ਨਾਲ ਤੁਸੀਂ ਮੈਂ ਨਹੀਂ ਚੁਣੇ ਗਏ ਜਿਸ ਤਰੀਕੇ ਨਾਲ ਇਹ ਸੀ, ਜਿਹਦੀ ਪਦਾਇਸ਼ ਤੋਂ ਪਹਿਲੇ ਫਰਿਸ਼ਤਾ ਕੇ ਦੱਸਦਾ ਪਿਆ ਹੈ ਕਿ ਕੋਈ ਆਉਣ ਵਾਲਾ ਹੈ ਤੇ ਖੁਦਾ ਦਾ ਮਨਸੂਬਾ ਹੈ। ਅਸੀਂ ਤੇ ਆਏ ਤੇ ਵੇਖਿਆ ਤੇ ਮਾਂ ਕੇ ਨਹੀਂ ਸਮਝਿਆ, ਅਸੀਂ ਮਸੀਹੀਆਂ ਤੇ ਚੱਲਣਾ ਸ਼ੁਰੂ ਕੀਤਾ ਤੇ ਅਸੀਂ ਅਨੋਇੰਟ ਹੋਏ। ਇਹ ਉਹ ਜਿਹਦੇ ਆਉਣ ਤੋਂ ਪਹਿਲੇ ਦੱਸਿਆ ਗਿਆ ਸੀ ਕਿ ਇਹ ਕੀ ਹੈ, ਇਹ ਮੇਰਾ ਜਿਹਾ ਹੋਇਆ ਬੰਦਾ ਹੈ ਜਿਹਨੂੰ ਮੈਂ ਭੇਜ ਰਿਹਾ ਵਾਂ। ਇਹ ਆਇਆ, ਪਰ ਜ਼ਿੰਦਗੀ ਦੇ ਵਿੱਚ ਇੱਕ ਮਸਲਾ ਹੈ ਕਿ ਕੀ ਹੈ
ਕਿ ਇੱਕ ਮਸਲਾ ਇਹਦੀ ਜ਼ਿੰਦਗੀ ਦੇ ਵਿੱਚ, ਉਹ ਕੀ, ਬੀਬੀਆਂ ਬੜੀਆਂ ਪਸੰਦ ਨੇ ਇਹਨੂੰ। 14 ਬਾਬ ਦੇ ਵਿੱਚ ਇਹਦੇ ਨਾਲ ਜਿਹੜੀ ਸਟੋਰੀ, ਉਹ ਕੀ, ਔਰਤ ਪਸੰਦ ਆਈ, ਸ਼ਾਦੀ ਕਰ ਦੋ। 16 ਬਾਬ ਦੇ ਵਿੱਚ ਜਾ ਕੇ ਪੜ੍ਹੀਏ ਤੇ ਫਿਰ ਕਸਬੀ ਕੋਲ ਪਹੁੰਚਿਆ, ਮਤਲਬ ਕਿ ਵੈਸ਼ੀਆ ਕੋਲ, ਗਲਤ ਔਰਤ ਦੇ ਕੋਲ ਪਹੁੰਚਿਆ। ਇੱਥੇ ਹੈਗਾ ਕੌਣ ਹੈ? ਮਸਾਸ਼ੁਦਾ। ਤੇ ਮਸਲਾ ਕੀ ਹੈ ਜ਼ਿੰਦਗੀ 'ਚ? ਮਸਲਾ ਇਹੀ ਹੈ ਕਿ ਇੱਕ ਗਲਤ ਕੰਮ ਇਹਦੇ ਨਾਲ ਜੁੜਿਆ ਹੈ। 16 ਬਾਬ ਦੇ ਵਿੱਚ ਜਾ ਕੇ ਜਦੋਂ ਤੁਸੀਂ ਪੜ੍ਹਦੇ ਆ, ਉਹ ਇੱਕ ਕਸਬੀ ਦੇ ਕੋਲ ਗਿਆ, ਉਸ ਤੋਂ ਬਾਅਦ ਇਥੋਂ ਅੱਗੇ ਜਾਂਦੇ ਆ ਤੇ ਫਿਰ ਕੀ ਕੰਮ ਹੁੰਦਾ ਹੈ? ਉਹ ਕੀ, ਇਸੇ ਬਾਬ ਦੇ ਵਿੱਚ ਜਾ ਕੇ ਅਸੀਂ ਪੜ੍ਹੀਏ ਤੇ ਫਿਰ ਇੱਕ ਔਰਤ ਇਹਨੂੰ ਪਸੰਦ ਆ ਜਾਂਦੀ ਹੈ, ਦਲੈਲਾ ਨਾਂ ਦੀ। ਦਲੈਲਾ ਨਾਂ ਦੀ ਔਰਤ ਫਿਰ ਇਹਨੂੰ ਪਸੰਦ ਆਈ। ਉਹ ਔਰਤ ਨੇ ਕੀਤਾ ਕੀ ਇਹਦੇ ਨਾਲ, ਆਪਾਂ देखेंगे 16 बाब की 4 आयत तो। इसके बाद सूरख की वादी में एक औरत से जिसका नाम दलीला था उसे इश्क हो गया, और फ़लस्तियों के सरदारों ने उस औरत के पास जाकर उससे कहा कि तू उसे फुसला कर दरियाफ्त करके उसकी शाहज़ोरी का भेद क्या है। आमीन। हुण होया ए कि ओनू फिर एक औरत पसंद आ गई। हुण जदों ओनू पसंद आई ते मैं तुहानू पहले भी दस्सिया कि अबली करदा की है, ਉਹ ਤੁਹਾਨੂੰ ਸੁੰਘਦਾ ਹੈ, ਉਹ ਤੁਹਾਨੂੰ ਚੈੱਕ ਕਰਦਾ ਹੈ, ਉਹ ਹਮੇਸ਼ਾ ਵੇਖੇਗਾ ਇਹਦੀ ਕਮਜ਼ੋਰੀ ਕੀ ਹੈ, ਇਹ ਕਿੱਥੇ ਜਾ ਕੇ ਡਿੱਗਣਾ ਇਹਨੇ, ਇਹਦਾ ਮਸਲਾ ਹੈ ਕੀ ਹੈ, ਕਿਹੜੀ ਪ੍ਰੋਬਲਮ ਇਹਦੀ ਜ਼ਿੰਦਗੀ ਦੇ ਵਿੱਚ ਤੇ ਕਿੱਥੋਂ ਨੂੰ ਫੜਿਆ ਜਾ ਸਕਦਾ ਹੈ। ਹੁਣ ਸੁ ਪਤਾ ਇਸ ਗੱਲ ਦਾ ਕਿ ਇਹਦੀ ਕਮਜ਼ੋਰੀ ਕੀ ਹੈ, ਇਹਦੀ ਜ਼ਿੰਦਗੀ 'ਚ ਮਸਲਾ ਕੀ ਹੈ। ਹੁਣ ਅੱਗੇ ਕਹਾਣੀ ਸ਼ੁਰੂ ਹੋਈ ਤੇ ਫਿਰ ਜਨਾਬ ਉਹਨਾਂ ਨੂੰ ਇਸ਼ਕ ਹੋ ਗਿਆ ਇੱਕ ਔਰਤ ਦੇ ਨਾਲ। ਹੁਣ ਫਲਸਤੀਨਾਂ ਦੇ ਸਰਦਾਰਾਂ ਨੇ ਵੇਖਿਆ ਕਿ ਯਾਰ ਇੱਥੇ ਬੰਦਾ ਕਾਬੂ ਨਹੀਂ ਆਂਦਾ ਸਾਡੇ ਕੋਲ, ਇਹਨੂੰ ਫੜਨ ਚਾਹੀਦਾ ਹੈ, ਅਸੀਂ ਪਹਿਰੇ ਲਾਣੇ ਆ ਕਿ ਇਹਨੂੰ ਫੜਨਾ ਕਿਸੇ ਤਰੀਕੇ। ਇਹ ਆਂਦਾ ਹੈ ਤੇ ਪੂਰਾ ਫਾਟਕ ਦਾ ਗੇਟ ਪੁੱਟਦਾ ਏ, ਪੁੱਟ ਕੇ ਤੇ ਲੈ ਕੇ ਪਹਾੜ ਤੇ ਚਲਾ ਜਾਂਦਾ ਹੈ। ਇਹਨੂੰ ਫੜਨ ਜਾਂਦੇ ਆ ਤੇ ਹਜ਼ਾਰ ਬੰਦਾ ਵੀ ਮਾਰ ਦਿੰਦਾ, ਇਹਨੂੰ ਫੜੀਏ ਕਿੰਜ। ਫਿਰ ਉਹਨੂੰ ਪਤਾ ਚੱਲਿਆ ਨਹੀਂ ਇਹਨੂੰ ਕਾਬੂ ਕਰਨਾ ਹੈ ਨਾ, ਤੇ ਇਹ ਔਰਤ ਇਹਦੇ ਪਿੱਛੇ ਜਾਓ, ਇਹਨੂੰ ਕੋ ਪਤਾ ਲਵਾਓ। ਫਿਰ ਉਹਨੂੰ ਲਾਲਚ ਦਿੱਤਾ ਕਿ ਤੂੰ ਕੀ ਕਰ, ਇਹਦੀ ਸ਼ਾਹਜ਼ੋਰੀ ਦਾ ਭੇਤ ਜਿਹੜਾ ਉਹਨੂੰ ਲੈ ਕੇ ਦੇ ਸਾਨੂੰ, ਵਜ੍ਹਾ ਕੀ ਹੈ, ਮਸਲਾ ਕੀ ਹੈ, ਕੰਮ ਹੈ ਕੀ ਹੈ, ਕਿਉਂ ਇਹ ਕਾਬੂ ਨਹੀਂ ਆਂਦਾ ਸਾਡੇ, ਵਜ੍ਹਾ ਕੀ ਹੈ ਜਿਸ ਵਜ੍ਹਾ ਤੋਂ ਇਹ ਕਾਬੂ ਨਹੀਂ ਆਂਦਾ, ਤੇ ਕਿਹੜੀ ਵਜ੍ਹਾ ਹੈ ਜਿਸ ਵਜ੍ਹਾ ਤੋਂ ਕਾਬੂ ਆ ਜਾਏਗਾ। ਹੁਣ ਇਹ ਆ ਕੇ ਉਹਨਾਂ ਨੇ ਕੀ ਕੀਤਾ, ਉਹਦੇ ਸਰਦਾਰਾਂ ਨੇ ਆ ਕੇ ਦਲੇਰਾਂ ਨਾਲ ਗੱਲ ਕੀਤੀ। ਅੱਛਾ ਜੀ 6 आयत है, 6 आयत। तब दलीला ने शमसून से कहा कि मुझे तू बता दे कि तेरी शाहज़ोरी का भेद क्या है, और तुझे अजियत पहुंचाने के लिए किस चीज़ से तुझे बांधा जाए। शमसून ने उससे कहा कि अगर वो मुझे सात हरी हरी बेदों से जो सुखाई ना गई हों बांधें तो मैं कमज़ोर होकर और आदमियों की तरह हो जाऊंगा। तब फ़लस्तियों के सरदार 7 हरी हरी बेदें जो सुखाई नहीं गई थी उस औरत के पास ले आए, और उसने शमसून को उससे बांधा, और उस औरत ने कुछ आदमी अंदर की कोठड़ी में घात में बिठा लिए थे। सो उसने शमसून से कहा, ऐ शमसून, फ़लस्ती तुझ पर चढ़ आए। तब उसने उन बेदों को ऐसा तोड़ा जैसे सन का सूत आग पाते ही टूट जाता है, सो उसकी ताकत का भेद ना खुला। तब दलीला ने शमसून से कहा, देख तूने मुझे धोखा दिया और मुझसे झूठ बोला। आमीन आमीन। अच्छा इसे तरह 3 दफा अलग अलग तरीके दस दे कि तू मैंने प्यार नहीं करता, तू मैंने दस है की ये, जे तू वाकई प्यार करना तो दस ना। इमोशनल मामला जो भी कर के पुछती रही, 3 दफा इंज होया उन्हें कहा रस्सियां दे नाल बन दो, मैनू मैं नहीं खोल सकागा। हुण रस्सियां दे नाल बन्निया ते फिर काम होई कि शमसून फलस्ती चढ़ाई तेरे ते, उन्हें हिलना तोड़ देनियां करनियां। हुण तुसीं हिसाब लाओ कि कैसी अकल है शमसून दे अंदर, उन्हें पता भी है कि कर दी की पई है मेरे नाल, उन्हें समझ नहीं आण डई कि मेरे नाल प्रॉब्लम हो की रही है, मेरे नाल किस तरीके नाल चल रही है। मैनू बन दी कि काम करके ते फलस्तीनां दा मैनू डरावा पाण डई है, ਉਹਨਾਂ ਨੂੰ ਬੁਲਾਉਣ ਦੀ ਕੋਸ਼ਿਸ਼ ਕਰਦੀ ਏ। ਇਹ ਗੱਲ ਉਹ ਤੇ ਮੈਂ ਪਰ ਉਹ ਬਾਰ-ਬਾਰ ਪੁੱਛਦੀ ਵੀ ਬਾਰ-ਬਾਰ ਦੱਸ ਰਿਹਾ ਨੂੰ, ਚੀਜ਼ਾਂ ਚੇਂਜ ਕਰਦਾ ਜਾ ਰਿਹਾ। 3 ਵਾਰੀ ਇੰਜ ਹੀ ਹੋਇਆ, ਕਦੀ ਲਟਾਂ ਦੇ ਬਾਰੇ ਗੱਲ ਕਰ ਰਿਹਾ, ਕਦੀ ਰੱਸੀਆਂ ਦੇ ਬਾਰੇ, ਪਰ ਜਦੋਂ ਨੇ ਗੱਲ ਕਰਨੀ ਉਹਨੇ ਤੋੜ ਦੇਣੀਆਂ ਕਰਨੀਆਂ। ਫਿਰ ਅੱਗੋਂ ਉਹੀ ਕੰਮ ਕਿ ਵੇਲਾ ਤੂੰ ਪਿਆਰ ਹੀ ਨਹੀਂ ਕਰਦਾ, ਤੂੰ ਝੂਠਾ, ਤੇ ਇਹ ਮਤਲਬ ਜੋ ਵੀ ਸਟੋਰੀ ਸੀ। ਐਂਡ ਕੀ ਹੋਇਆ,
ਉਹਨੇ ਦੱਸਿਆ ਕਿ ਜਦੋਂ ਦਾ ਮੈਂ ਪੈਦਾ ਹੋਇਆ ਵਾਂ ਮੇਰੇ ਸਿਰ ਤੇ ਉਸ ਤਰ੍ਹਾਂ ਨਹੀਂ ਫਿਰਿਆ ਤੇ ਮੇਰੀ ਸ਼ਾਜ਼ੋਰੀ ਦਾ ਰਾਜ਼ ਜਿਹੜਾ ਨਾ ਉਹ ਹੈ ਇਹ ਕਿ ਇਹਨਾਂ ਨੂੰ ਕੱਟ ਦਿੱਤਾ ਜਾਏ ਤਾਂ ਹੁਣ ਹੋਇਆ ਇਹ ਕਿ ਉਹਨੇ ਇਸੇ ਤਰ੍ਹਾਂ ਹੀ ਕੀਤਾ। ਉਹਨੇ ਉਹ ਸੁੱਤਾ ਸੀ, ਉਹਦੇ ਵਾਲ ਕੱਟੇ, ਉਹਦੇ ਵਾਲ ਕਟਵਾਏ, ਉਹਦੇ ਵਾਲ ਕਟੀਚਣ ਦੇ ਨਾਲ ਬਾਈਬਲ ਦੱਸਦੀ ਹੈ ਕਿ ਖੁਦਾ ਦਾ ਰੂਹ ਉਹਦੇ ਤੋਂ ਅਲੱਗ ਹੋ ਗਿਆ। ਉਹਨੂੰ ਫੜਿਆ ਗਿਆ, ਉਹਦੀਆਂ ਅੱਖਾਂ ਕੱਢੀਆਂ ਗਈਆਂ, ਉਹਦੇ ਤੋਂ ਚੱਕੀ ਪਿਸਵਾਈ ਗਈ ਤੇ ਉਹ ਸ਼ਾਜ਼ੋਰ ਬੰਦਾ, ਉਹ ਸੂਰਮਾ ਬੰਦਾ ਜਿਹੜਾ 1000 ਬੰਦੇ ਤੋਂ ਵੀ ਕਾਬੂ ਨਹੀਂ ਸੀ ਆਂਦਾ ਨਾ, ਹੁਣ ਉਹ ਚੱਕੀ ਪੀਸਦਾ ਪਿਆ। ਹੁਣ ਅੰਨਾ ਏ ਉਹ। ਵਜ੍ਹਾ ਉਹਨੇ ਆਪਣੀ ਗਲਤੀ ਤੇ, ਆਪਣੀ ਕਮਜ਼ੋਰੀ ਤੇ, ਆਪਣੀ ਕਮੀ ਤੇ ਕੰਮ ਨਹੀਂ ਕੀਤਾ। ਉਹਨੂੰ ਪਤਾ ਸੀਗਾ ਪ੍ਰੋਬਲਮ ਹੈ ਮੇਰੀ ਜ਼ਿੰਦਗੀ 'ਚ। ਅੱਜ ਵੀ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਮਸਲਾ ਜਿਹੜਾ ਨਾ ਉਹ ਹੈ ਇਹ ਕਿ ਉਹ ਗੌਰ ਨਹੀਂ ਕਰਦੇ ਕਿ ਕਿਹੜੀ ਚੀਜ਼ ਹੈ ਜਿਹੜੀ ਮੇਰੀ ਕਮਜ਼ੋਰੀ ਹੈ, ਮੈਂ ਕਿੱਥੇ ਟਿਕਣਾ ਹੈ। ਲੋਕ ਅਲਾਉ ਕਰਦੇ ਨੇ, ਫਿਰ ਹੁੰਦਾ ਕੀ, ਫਿਰ ਮੂਤੜੇ ਮੂੰਹ ਜਾ ਪੈਂਦੇ ਨੇ। ਅਬਲੀਸ ਤੁਸੀਂ ਆ ਕੇ ਤੇ ਉਹਦੀ ਬਾਦਸ਼ਾਹਤ ਵਾਸਤੇ ਅਗਰ ਤੁਸੀਂ ਪ੍ਰੋਬਲਮ ਹੋ, ਉਹ ਤੁਹਾਨੂੰ ਨਹੀਂ ਖੜਾ ਹੋਣ ਦੇਗਾ। ਉਹ ਵੇਖੇਗਾ ਕਿ ਤੁਹਾਡੀ ਜ਼ਿੰਦਗੀ 'ਚ ਮਸਲਾ ਕੀ ਹੈ, ਕਿਹੜੀ ਪ੍ਰੋਬਲਮ ਤੁਹਾਡੀ ਜ਼ਿੰਦਗੀਆਂ ਦੇ ਵਿੱਚ, ਉਸ ਪ੍ਰੋਬਲਮ ਤੇ ਕੰਮ ਕਰੇਗਾ। ਉਹ ਆ ਕੇ ਤੁਹਾਨੂੰ ਘੁਣ ਵਾਂਗੂ ਲੱਗ ਜਾਏਗਾ, ਵਕਤ ਦੇ ਨਾਲ ਇੱਕ ਟਾਈਮ ਆ ਕੇ ਤੁਹਾਨੂੰ ਡੇਕ ਦੇਗਾ ਉਹ। ਵਜ੍ਹਾ ਤੁਸੀਂ ਆਪਣੇ ਆਪ ਤੇ ਕੰਮ ਨਹੀਂ ਕੀਤਾ। ਹੁਣ ਟਾਈਮ ਉਹ ਵੇ ਜਿਹੜੇ ਟਾਈਮ ਅਬਲੀਸ ਤੁਹਾਡੇ ਤੇ ਕੰਮ ਕਰ ਰਿਹਾ। ਵਜ੍ਹਾ ਅਸੀਂ ਕੰਮ ਨਹੀਂ ਕੀਤਾ ਆਪਣੇ ਆਪ ਤੇ। ਰੂਹਾਨੀ ਜ਼ਿੰਦਗੀ ਦੀ ਅਹਿਮੀਅਤ ਸਾਡੀ ਜ਼ਿੰਦਗੀ 'ਚ ਨਹੀਂ ਹੈ। ਲੋਕਾਂ ਨੇ ਇਸ ਗੱਲ ਨੂੰ ਸਮਝਿਆ ਨਹੀਂ ਕਿ ਖੁਦਾ ਨੂੰ ਲੈਣ ਵਾਸਤੇ ਅਗਰ ਮੈਂ ਆਪਣੀ ਜ਼ਿੰਦਗੀ 'ਚ ਉਹਨੂੰ ਲੈਣਾ ਹੈ ਤੇ ਉਹਨੂੰ ਸੰਭਾਲ ਕੇ ਕਿਸ ਤਰ੍ਹਾਂ ਰੱਖਣਾ ਹੈ। ਅਗਰ ਮਸਾ ਮੇਰੀ ਜ਼ਿੰਦਗੀ 'ਚ ਆਇਆ ਹੈ ਤੇ ਮੈਂ ਉਹਨੂੰ ਜਾਣ ਨਹੀਂ ਦੇਣਾ, ਕਿਉਂਕਿ ਅਗਰ ਇਹ ਚਲਾ ਗਿਆ ਮੈਂ ਮਾਰਿਆ ਜਾਵਾਂਗਾ।